बीते दिनी पाकिस्तानी क्रिकेटर शोएब मलिक के निकाह ਦੀਆਂ ਖਬਰਾਂ ਸਾਹਮਣੇ ਆਈਆਂ ਕਿ ਉਹਨਾਂ ਨੇ ਪਾਕਿਸਤਾਨ ਦੀ ਇੱਕ ਮੰਨੀ ਪ੍ਰਮੰਨੀ ਅਦਾਕਾਰਾ ਸਨਾ ਜਾਵੇਦ ਦੇ ਨਾਲ ਨਿਕਾਹ ਕਰਾ ਲਿਆ। ਤਲਾਕ ਉਹਨਾਂ ਨੇ ਸਾਨੀਆ ਮਿਰਜ਼ਾ ਨੂੰ ਨਹੀਂ ਦਿੱਤਾ, ਬਲਕਿ ਸਾਨੀਆ ਮਿਰਜ਼ਾ ਨੇ ਖੁਲਾ ਦਿੱਤਾ ਸੀ ਆਪਣੇ ਪਤੀ ਨੂੰ। ਤਾਂ ਕੀ ਕੁਝ ਹੈ ਸਾਰਾ ਮਾਮਲਾ, ਖੁਲਾ ਕੀ ਹੁੰਦਾ ਹੈ, ਇਸ ਦੀਆਂ ਕੀ ਸ਼ਰਤਾਂ ਹੁੰਦੀਆਂ ਨੇ, ਕੀ ਅਧਿਕਾਰ ਹੈ, ਕਾਨੂੰਨ ਦੇ ਤੌਰ ਤੇ ਵੈਧ ਹੈ, ਇਸ ਸਭ ਬਾਰੇ ਅੱਜ ਗੱਲ ਕਰਾਂਗੇ, ਤੁਹਾਨੂੰ ਦੱਸਦੇ ਹਾਂ। ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਹਰਪ੍ਰੀਤ ਪੁਰੀ। ਦਰਅਸਲ ਇਹ ਜਦ ਗੱਲ ਸਾਹਮਣੇ ਆਈ ਕਿ ਸਾਨੀਆ ਮਿਰਜ਼ਾ ਦੇ ਪਤੀ ਸ਼ੋएब ਨੇ ਇਸ ਤਰੀਕੇ ਦੇ ਨਾਲ ਤੀਸਰਾ ਨਿਕਾਹ ਹੈ ਵੈਸੇ ਉਹਨਾਂ ਦਾ, ਕਿ ਉਸ ਤੋਂ ਬਾਅਦ ਸਾਨੀਆ ਮਿਰਜ਼ਾ ਤੋਂ ਬਾਅਦ ਇੱਕ ਹੋਰ ਵਿਆਹ ਕਰਾਇਆ। ਪਹਿਲੀ ਪਤਨੀ ਤੋਂ ਬਾਅਦ ਸਾਨੀਆ ਦੇ ਨਾਲ ਵਿਆਹ ਕਰਾਇਆ ਸੀ, ਸਾਨੀਆ ਤੋਂ ਬਾਅਦ ਇਹ ਤੀਸਰੀ ਉਹਨਾਂ ਦੀ ਸ਼ਾਦੀ ਮੰਨੀ ਜਾ ਰਹੀ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਜਦ ਸਨਾ ਜਾਵੇਦ ਦੇ ਨਾਲ ਵਿਆਹ ਕਰਾਇਆ ਤਾਂ ਇਹ ਗੱਲ ਸਾਹਮਣੇ ਆਈ ਕਿ ਸਾਨੀਆ ਮਿਰਜ਼ਾ ਨੇ ਉਹਨਾਂ ਨੂੰ ਖੁਲਾ ਦਿੱਤਾ ਸੀ। ਮੌਲਾਨਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ। ਔਰ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਕਿ ਖੁਲਾ ਜੋ ਹੈ ਉਹ ਹੁੰਦੀ ਕੀ ਹੈ, ਜਿਸ ਦੇ ਤਹਿਤ ਜੋ ਸਾਨੀਆ ਮਿਰਜ਼ਾ ਦੇ ਪਿਤਾ ਨੇ ਉਹ ਕਹਿ ਰਹੇ ਨੇ ਕਿ ਇਸੇ ਦੇ ਤਹਿਤ ਤਲਾਕ ਉਹਨਾਂ ਵੱਲੋਂ ਦਿੱਤਾ ਗਿਆ। इस्लाम में दो चीजें हैं जी। एक तलाक है, जो लड़के का हक है, लड़का तलाक देता है। जी। एक खुला है, खुला ये औरत का हक है, अगर शादी अपनी सही ना चल रही हो तो लड़की खुला ले सकती है जी। दोनों की मर्जी से। अगर दोनों की मर्जी है तो फिर इसमें किसी की जरूरत नहीं है। अगर दोनों की मर्जी नहीं है तो फिर शरई अदालतें होती हैं हमारे यहाँ जी। शरई अदालत में केस जाता है जी। वो दोनों के हालात जानते हैं, पूछते हैं। अगर शरीयत में ऐसा लगता है कि हाँ इनका खुला होना जायज़ है तो वो खुला करा देते हैं, उनको अलग करा देते हैं जी। और अगर दोनों लड़का और लड़की अपनी मर्जी से खुला लेना चाहें तो वो ले सकते हैं, कोई मसला नहीं है। ਖੁਲਾ ਅਸਲ ਦੇ ਵਿੱਚ ਇੱਕ ਮੁਸਲਿਮ ਕਾਨੂੰਨ ਦੇ ਅਨੁਸਾਰ ਇੱਕ ਕਾਨੂੰਨ ਹੈ ਜਿਸ ਦੇ ਵਿੱਚ ਔਰਤਾਂ ਨੂੰ ਹੱਕ ਮਿਲਦਾ ਹੈ ਕਿ ਇੱਕ ਔਰਤ ਆਪਣੀ ਮਰਜ਼ੀ ਦੇ ਨਾਲ ਜੇਕਰ ਪਤੀ ਨੂੰ ਤਲਾਕ ਦੇਣਾ ਚਾਹੇ ਤਾਂ ਦੇ ਸਕਦੀ ਹੈ। ਇਸੇ ਦੇ ਅਨੁਸਾਰ ਸਾਨੀਆ ਮਿਰਜ਼ਾ ਨੇ ਆਪਣੇ ਪਤੀ ਸ਼ੋएब ਮਲਿਕ ਨੂੰ ਤਲਾਕ ਦਿੱਤਾ ਹੈ। ਤੇ ਇਸ ਦੇ ਵਿੱਚ ਤਲਾਕ ਤੇ ਖੁਲਾ ਦੇ ਵਿੱਚ ਫਰਕ ਇਹ ਹੁੰਦਾ ਹੈ ਕਿ ਤਲਾਕ ਪਤੀ ਦਿੰਦਾ ਹੈ ਤਾਂ ਉਸ ਨੂੰ ਤਲਾਕ ਕਿਹਾ ਜਾਂਦਾ ਹੈ। ਜੇਕਰ ਔਰਤ ਆਪਣੇ ਪਤੀ ਤੋਂ ਵੱਖ ਹੋਣਾ ਚਾਹਦੀ ਹੈ, ਆਪਣਾ ਇਸ ਨਿਕਾਹ ਦਾ ਅੰਤ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਖੁਲਾ ਕਿਹਾ ਜਾਂਦਾ ਹੈ। ਇਸ ਖੁਲਾ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ ਜਿਸ ਦੇ ਵਿੱਚ ਕਿ ਔਰਤ ਆਪਣੇ ਜੇਕਰ ਪਤੀ ਤੋਂ ਅਲੱਗ ਹੋਣਾ ਚਾਹੁੰਦੀ ਹੈ ਤਾਂ ਉਹ ਇੱਕ ਲਿਖਤੀ ਰੂਪ ਦੇ ਵਿੱਚ ਆਪਣੇ ਪਤੀ ਨੂੰ ਇਸ ਬਾਬਤ ਸੂਚਨਾ ਦਿੰਦੀ ਹੈ, ਜਿਸ ਤੇ 2 ਗਵਾਹਾਂ ਦੇ ਹਸਤਾਖਰ ਕੀਤੇ ਹੋਏ ਹੁੰਦੇ ਨੇ। ਤੇ ਪਤੀ ਜੇਕਰ ਇਸ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਫਿਰ ਇਸ ਨੂੰ ਮੰਨਿਆ ਜਾਂਦਾ ਕਿ ਠੀਕ ਹੈ, ਉਹਨਾਂ ਦੀ ਸਹਿਮਤੀ ਦੇ ਨਾਲ ਦੋਨੋਂ ਅਲੱਗ ਹੋ ਗਏ। ਕਿਸੇ ਤਰੀਕੇ ਦੀ ਕੋਈ ਕੋਰਟ ਦੇ ਵਿੱਚ ਜਾਂ ਫਿਰ ਕਿਸੇ ਨਿਆਂਇਆਲੇ ਦੇ ਵਿੱਚ ਜਾਣ ਦੀ ਇਸ 'ਚ ਲੋੜ ਨਹੀਂ ਹੁੰਦੀ। ਪਰ ਉੱਥੇ ਹੀ ਦੂਸਰੇ ਪਾਸੇ ਜੇਕਰ ਪਤੀ ਨਹੀਂ ਮੰਨਦਾ ਤਾਂ ਫਿਰ ਅਜਿਹੇ ਦੇ ਵਿੱਚ ਕਾਜ਼ੀ ਦੇ ਕੋਲ ਜਾਣਾ ਪੈਂਦਾ ਹੈ ਉਸ ਮਹਿਲਾ ਨੂੰ, ਤੇ ਫਿਰ ਅੱਗੇ ਦੀ ਕਾਰਵਾਈ ਹੁੰਦੀ ਹੈ, ਉਹ ਦੋਨੋਂ ਅਲੱਗ-ਅਲੱਗ ਹੋ ਜਾਂਦੇ ਨੇ। ਪਰ ਇਸ ਖੁਲਾ ਦੀਆਂ ਕੁਝ ਸ਼ਰਤਾਂ ਵੀ ਹੁੰਦੀਆਂ ਨੇ। ਖੁਲਾ ਤੇ ਤਲਾਕ ਦੇ ਵਿੱਚ ਕੁਝ ਫਰਕ ਹੁੰਦਾ ਹੈ। ਜਦ ਤਲਾਕ ਹੁੰਦਾ ਉਦੋਂ ਪਤੀ ਆਪਣੀ ਪਤਨੀ ਤੋਂ ਅਲੱਗ ਹੁੰਦਾ, ਕਿਉਂਕਿ ਤਲਾਕ ਅਸੀਂ ਕਈ ਵਾਰ ਸੁਣਿਆ, 3 ਤਲਾਕ ਦੇ ਕਾਨੂੰਨ ਨੂੰ ਲੈ ਕੇ ਵੀ ਵਿਵਾਦ ਸਾਹਮਣੇ ਆਇਆ ਸੀ। ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਭਾਰਤ ਦੇ ਵਿੱਚ। ਪਰ ਖੁਲਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ 'ਚ ਪਤੀ ਜ਼ਿੰਮੇਵਾਰੀ ਚੱਕਦਾ, ਬੱਚਿਆਂ ਦੀ ਜ਼ਿੰਮੇਵਾਰੀ ਚੱਕਦਾ ਹੈ ਕਿ ਉਹਨਾਂ ਦਾ ਖਰਚਾ ਉਹ ਕਰੇਗਾ ਤੇ ਬੱਚੇ ਮਾਂ ਦੇ ਕੋਲ ਰਹਿੰਦੇ ਨੇ। ਜੇਕਰ ਮੁੰਡਿਆਂ ਦੀ ਗੱਲ ਕਰੀਏ ਤਾਂ 7 ਸਾਲ ਦੀ ਉਮਰ ਦੇ ਤੱਕ ਜੇਕਰ ਲੜਕਾ ਹੈ ਤਾਂ ਉਹ ਮਾਂ ਦੇ ਕੋਲ ਰਹੇਗਾ। ਉਸ ਤੋਂ ਬਾਅਦ ਦੇ ਵਿੱਚ ਉਹ ਫਿਰ ਪਿਤਾ ਦੇ ਕੋਲ ਜਾ ਸਕਦਾ ਆਪਸੀ ਸਹਿਮਤੀ ਦੇ ਨਾਲ। ਇਸ ਕਾਨੂੰਨ ਦੇ ਅਨੁਸਾਰ ਇਹ ਪ੍ਰਾਵਧਾਨ ਹੈ। ਉਸ ਤੋਂ ਬਾਅਦ ਦੂਸਰੀ ਗੱਲ ਕਰੀਏ, ਜੇਕਰ ਲੜਕੀ ਹੈ ਤਾਂ ਜਦ ਤੱਕ ਉਹ ਬਾਲਗ ਨਹੀਂ ਹੋ ਜਾਂਦੀ, ਜਦ ਤੱਕ ਜਵਾਨ ਨਹੀਂ ਹੁੰਦੀ ਕੁੜੀ, ਉਦ ਤੱਕ ਮਾਂ ਦੇ ਕੋਲ ਰਹੇਗੀ। ਬਾਅਦ ਦੇ ਵਿੱਚ ਆਪਸੀ ਸਹਿਮਤੀ ਦੇ ਨਾਲ ਜੋ ਵੀ ਉਹਨਾਂ ਦਾ ਨਿਰਣਾ ਹੁੰਦਾ ਉਸ ਅਨੁਸਾਰ ਅੱਗੇ ਵਧਿਆ ਜਾ ਸਕਦਾ। ਪਰ ਇਸ ਪੂਰੇ ਘਟਨਾਕ੍ਰਮ ਦੀ ਜੇਕਰ ਗੱਲ ਕਰੀਏ ਤਾਂ ਅਜਿਹੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਸ਼ਾਰੇ ਦੇਣੇ ਤਾਂ ਸ਼ੁਰੂ ਹੋ ਚੁੱਕੇ ਸੀ। ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ ਤੇ ਕਈ ਵਾਰ ਇਸ ਦੇ ਇਸ਼ਾਰੇ ਕੀਤੇ, ਜਿੱਥੇ ਕਿ ਪਹਿਲਾਂ ਜਦ 2010 ਚ ਵਿਆਹ ਹੋਇਆ ਸੀ ਸਾਨੀਆ ਤੇ ਸ਼ੋएब ਦਾ, ਉਸ ਵਿਆਹ ਤੋਂ ਬਾਅਦ ਦੋਵੇਂ ਦੁਬਈ ਦੇ ਵਿੱਚ ਰਹਿੰਦੇ ਸੀ। 2010 ਚ ਹੈਦਰਾਬਾਦ ਚ ਵਿਆਹ ਹੋਇਆ ਸੀ। ਉਸ ਤੋਂ ਬਾਅਦ ਜਦ ਰਹੀ ਗਏ ਕਾਫੀ ਸਮੇਂ ਤੱਕ, ਹੁਣ ਤੱਕ ਇਹ ਵਿਆਹ ਚੱਲਦਾ ਆ ਰਿਹਾ ਸੀ। ਪਰ ਦੋਨਾਂ ਦੇ ਵਿੱਚ ਜੋ ਤਲਖੀਆਂ ਉਹ ਵੱਧਦੀਆਂ ਗਈਆਂ। ਇਸੇ ਦੇ ਚੱਲਦੇ ਸਾਨੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ। ਪਹਿਲਾਂ ਉਹਨਾਂ ਨੇ ਪੋਸਟ ਪਾਈ ਸੀ ਕਿ ਜਿਹੜੀ ਚੀਜ਼ ਦਿਲ ਨੂੰ ਦਰਦ ਦੇਣ ਲੱਗ ਜਾਵੇ, ਦਿਲ ਨੂੰ ਦੁਖੀ ਕਰੇ, ਉਸ ਨੂੰ ਛੱਡ ਦੇਣਾ ਹੀ ਬਿਹਤਰ ਹੈ। ਉਹਨਾਂ ਨੇ ਇਹ ਪੋਸਟ ਪਾਈ। ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਇੱਕ ਗੱਲ ਲਿਖੀ ਸੀ ਕਿ ਵਿਆਹ ਮੁਸ਼ਕਲ ਹੈ, ਤਲਾਕ ਮੁਸ਼ਕਲ ਹੈ।
ਇਹ ਗੱਲ ਉਹਨਾਂ ਨੇ ਲਿਖੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਜਿਸ ਤੋਂ ਬਾਅਦ ਬੀਤੇ ਦਿਨੀ ਇਹ ਖਬਰ ਸਾਹਮਣੇ ਆਈ ਕਿ ਸ਼ੋਇਬ ਮਲਿਕ ਨੇ ਸਨਾ ਜਾਵੇਦ ਨਾਂ ਦੀ ਇੱਕ ਪਾਕਿਸਤਾਨੀ ਅਦਾਕਾਰਾ ਦੇ ਨਾਲ ਵਿਆਹ ਕਰਾ ਲਿਆ ਤੇ ਉਸ ਵਿਆਹ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ। 3rd ਮੈਰਿਜ ਆ ਉਹਨਾਂ ਦੀ, ਤੀਸਰਾ ਵਿਆਹ ਉਹਨਾਂ ਦਾ ਹੋਇਆ, ਜਿਸ ਤੋਂ ਬਾਅਦ ਖਬਰਾਂ ਪੂਰੇ ਭਾਰਤ ਦੇ ਵਿੱਚ ਸਕਰੋਲ ਕਰਨ ਲੱਗਿਆ ਕਿ ਆਖਿਰਕਾਰ ਇਹ ਕਿਵੇਂ ਹੋਇਆ, ਕੀ ਉਹਨਾਂ ਦੇ ਵਿੱਚ ਅਣਬਣ ਹੋਈ ਸੀ। ਇਸ ਸਭ ਨੂੰ ਲੈ ਕੇ ਹੀ ਜਾਣਕਾਰੀ ਸਾਹਮਣੇ ਆਈ ਤੇ ਖੁੱਲਾ ਚਰਚਾ ਦੇ ਵਿੱਚ ਆਇਆ, ਕਿਉਂਕਿ ਸਾਨੀਆ ਮਿਰਜ਼ਾ ਦੇ ਪਿਤਾ ਨੇ ਆ ਕੇ ਦੱਸਿਆ ਕਿ ਇਹ ਕੋਈ ਤਲਾਕ ਨਹੀਂ ਹੈ, ਸਗੋਂ ਖੁੱਲਾ ਹੋਇਆ ਹੈ। ਸਾਨੀਆ ਮਿਰਜ਼ਾ ਨੇ ਖੁਦ ਇਸ ਵਿਆਹ ਤੋਂ ਪਿੱਛੇ ਹਟਣ ਦੇ ਲਈ ਅੱਗੇ ਕਦਮ ਚੁੱਕਿਆ ਤੇ ਜਦ ਉਹ ਖੁਦ ਇਸ ਵਿਆਹ ਤੋਂ ਪਿੱਛੇ ਹਟੇ ਨੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਉਹਨਾਂ ਨੇ ਜੋ ਅਗਲਾ ਨਿਕਾਹ ਕਰਾਇਆ ਹੈ, ਕਿਉਂਕਿ ਆਫੀਸ਼ੀਅਲੀ ਜੇਕਰ ਗੱਲ ਕਰੀਏ ਤਾਂ ਕਾਨੂੰਨੀ ਤੌਰ ਤੇ ਅਜੇ ਤੱਕ ਕੋਈ ਡਿਵੋਰਸ ਦੀ ਗੱਲ ਸਾਹਮਣੇ नहीं आई ਸੀ। मौलाना साहब, यहाँ पर मेरा सवाल था कि सानिया मिर्ज़ा की ओर से ही ये जो खुला जो है उसके लिए अप्लाई किया गया है, क्या इसको मान्यता दी जाएगी? यानी अगर शोएब जो हैं उनकी तरफ से इसको एक्सेप्ट नहीं किया जाता तो क्या होगा आगे प्रोसीजर? नहीं, देखिए, अगर एक्सेप्ट नहीं किया जाता तो फिर तो नया मसला खड़ा हो जाएगा कि भाई तलाक होगी ही नहीं जी। लेकिन अगर शोएब मलिक उसको एक्सेप्ट कर लेते हैं, जैसे कि चर्चा में है कि उसने दूसरी शादी भी कर ली, तो जाहिर बात है आपस में ही उनसे कोई बातचीत हुई होगी एक दूसरे की और दोनों की रजामंदी से ये काम हुआ होगा। जी बिल्कुल मौलाना साहब, ये जानने की हम कोशिश कर रहे हैं कि आखिर आगे क्या जो है इसमें प्रोसीजर है, और आपसे ये भी जानना चाहेंगे कि जो बच्चे हैं उनकी परवरिश का अधिकार किसको दिया जाता है अगर खुला के तहत जो है मियाँ बीवी अलग होते हैं? देखिए, परवरिश के अधिकार भी दोनों साइड हैं जी। चाहे तो औलाद बाप के साथ भी रह सकती है, चाहे तो औलाद माँ के साथ भी रह सकती है। दूसरे ये है कि यहाँ वो चीज है नहीं असल में, क्योंकि दोनों संपन्न हैं, दोनों अरबपति लोग हैं, करोड़पति लोग हैं, दोनों के लिए औलाद को पालना कोई बड़ी चीज नहीं है। ये चीजें वहां पेश आती हैं जहाँ गुर्बत हो, तंगहाली हो, पता चले कि भाई माँ तो संपन्न है, बाप संपन्न नहीं है, ये बाप संपन्न है, माँ संपन्न नहीं है, तो वहां फिर कोर्ट में जाता है मामला के साथ, बच्चे को मैं रखूंगा या बच्चे को मैं रखूंगा। वो अपने दलील देते हैं कि भाई मैं संपन्न हूँ, मैं इसकी परवरिश अच्छी कर सकता हूँ, इसकी तालीम अच्छी दे सकता हूँ। यहाँ तो वो मसला ही नहीं है, यहाँ तो सब चीजें दोनों साइड संपन्न है। तो अभी जाहिर बात है बच्चा छोटा है उसका, तो माँ तो छोड़ेगी नहीं बच्चे को। अब जब बच्चा बड़ा हो जाएगा, बालिग हो जाएगा, उसके बाद में बच्चे को इख्तियार है वो माँ के पास रहे या बाप के पास रहे। जी। मौलाना साहब, ये भी जानना चाहेंगे कि खुला के तहत जो महिला है वो जब अलग हो जाती है तो वो दूसरी शादी कर सकती है? हाँ, बिल्कुल कर सकती है जी। खुला का मतलब ये है कि हम दोनों अलग हो गए हैं अब, लेकिन उसमें इद्दत का प्रावधान है, कुछ वक्त के लिए रुकना पड़ता है जी। तो वो जाहिर बात है उन्होंने जब खुला लिया है तो किसी मौलवी से पूछकर ही लिया होगा। जी बिल्कुल। नहीं तो खुला तो हर कोई जानता भी नहीं है जी। तो उन्होंने इस्लामिक रूप से ये खुला लिया है और उसमें जो भी प्रोसीजर होगा जाहिर बातें करेंगे वो। बिल्कुल। मौलाना साहब, एक आखिरी सवाल आपसे कि शोएब मलिक जो है अगर वो इसको नहीं मानेंगे तो आगे क्या प्रोसीजर रह सकता है? देखिए, अगर शोएब मलिक नहीं मानेंगे तो फिर तो दूसरे ये है कि तलाक होगी नहीं, और तलाक अगर ना देकर वो दूसरी शादी करते हैं तो ये भी तो गलत है ना जी। अगर वो खुला को एक्सेप्ट नहीं कर रहे हैं और उन्होंने दूसरी शादी कर ली तो ये तो बिल्कुल गलत है दोनों साइड से। जी जी। तो इसलिए मैं समझता हूँ कि ये दोनों संपन्न लोग हैं, मालदार लोग हैं, सेलिब्रिटी हैं, तो इन्होंने सारी चीजें देखकर समझकर तभी ये कदम उठाया होगा। ठीक है जी। ठीक है ना जी। बेहद शुक्रिया मौलाना साजिद रशीदी जी जुड़न लई।